ਕਹਾਣੀਕਾਰ ਸਰਦਾਰ ਗੁਲਜ਼ਾਰ ਸਿੰਘ ਸੰਧੂ ਹੋਰਾਂ ਦੀ ਕਹਾਣੀ ਹੈ ਮਿਸ ਸੌਫਟ। ਉਸ ਦਾ ਅਸਲ ਨਾਮ ਕੁਝ ਹੋਰ ਸੀ, ਪਰ ਸਾਰੇ ਉਸ ਨੂੰ ਮਿਸ ਸੌਫਟ ਹੀ ਕਹਿੰਦੇ ਸਨ। ਪਿਛਲੇ ਤੋਂ ਪਿਛਲੇ ਸਾਲ, ਜਾਂ ਸ਼ਾਇਦ ਉਸ ਤੋਂ ਵੀ ਪਿਛਲੇ ਸਾਲ, ਉਹ ਪਬਲਿਕ ਹੈਲਥ ਦਾ ਕੋਰਸ ਕਰਨ ਅਮਰੀਕਾ ਗਈ ਸੀ। ਉੱਥੇ ਇੱਕ ਵਾਰੀ ਗੱਲਾਂ-ਗੱਲਾਂ ਵਿੱਚ ਉਹ ਆਪਣੇ ਗੋਤ ਦਾ ਅੰਗਰੇਜ਼ੀ ਅਨੁਵਾਦ ਦੱਸ ਬੈਠੀ, ਜਿਸ ਤੋਂ ਉਸਨੂੰ ਸਾਰੇ ਮਿਸ ਸੌਫਟ ਹੀ ਕਹਿਣ ਲੱਗ ਪਏ ਸਨ। ਸੌਫਟ ਕਿਹੜੇ ਪੰਜਾਬੀ ਗੋਤ ਦਾ ਅਨੁਵਾਦ ਸੀ, ਮੈਨੂੰ ਚੇਤਾ ਨਹੀਂ ਆ ਰਿਹਾ। ਪਤਾ ਨਹੀਂ ਸੋਭਤੀ ਸੀ ਜਾਂ ਸੋਹਲ ਜਾਂ ਕੁਝ ਹੋਰ। ਉਸਨੇ ਇੱਕ ਵਾਰ ਦੱਸਿਆ ਤਾਂ ਸੀ। ਚਲੋ, ਨਾਂ ਤੋਂ ਆਪਾਂ ਨੇ ਕੀ ਲੈਣਾ? ਨਾਂ ਵਿੱਚ ਕੀ ਪਿਆ ਹੈ? ਨਾਂ ਵਿੱਚ ਕਿਉਂ ਕੁਝ ਨਹੀਂ ਹੁੰਦਾ? ਜੇ ਉਸਦਾ ਨਾਮ ਸਟੋਨ ਜਾਂ ਸਟੀਲ ਹੁੰਦਾ ਤਾਂ ਉਹ ਸੌਫਟ ਕਿਵੇਂ ਰਹਿ ਸਕਦੀ ਸੀ? ਕਿੰਨੀ ਸੌਫਟ ਸੀ ਉਹ, ਤੇ ਕਿੰਨੀ ਸੋਹਣੀ। ਮਿਸ ਸੌਫਟ ਦਾ ਨਾਮ ਕੁਝ ਹੋਰ ਨਹੀਂ ਸੀ ਹੋ ਸਕਦਾ। ਜੇ ਹੁੰਦਾ ਤਾਂ ਉਹ ਨਾ ਹੀ ਇੰਨੀ ਸਲੀਕੇ ਵਾਲੀ ਹੁੰਦੀ ਤੇ ਨਾ ਹੀ ਉਸਦੇ ਕਮਰੇ ਵਿੱਚ ਪਈਆਂ ਚੀਜ਼ਾਂ ਦੀ ਤਰਤੀਬ ਇੰਨੀ ਸੋਹਣੀ ਹੁੰਦੀ। ਬਾਹਰਲੇ ਦੇਸ਼ ਤੋਂ ਲਿਆਂਦੀ ਸਲੀਬ ਉਸਨੇ ਅੰਗੀਠੀ ਤੋਂ 1 ਫੁੱਟ ਦੀ ਥਾਂ 1.5 ਫੁੱਟ ਤੇ ਲਟਕਾਈ ਹੁੰਦੀ। ਸਲੀਬ ਨੂੰ ਲਟਕਾਉਣ ਵਾਲੀ ਮੇਖ ਕਿਹੜਾ ਸਰਕਾਰ ਨੇ ਲਗਵਾ ਕੇ ਦਿੱਤੀ ਸੀ? ਮੇਖ ਗੱਡਣ ਸਮੇਂ ਉਸਦੀ ਨਜ਼ਰ ਚੁੱਕ ਜਾਂਦੀ ਤਾਂ ਸਹਿਜੇ ਹੀ 1 ਫੁੱਟ ਤੋਂ ਸੂਤ ਭਰ ਸੱਜੇ ਖੱਬੇ ਹੋ ਸਕਦੀ ਸੀ, ਤੇ ਇੰਨੇ ਨਾਲ ਹੀ ਉਸ ਦਾ ਨਾਮ ਇਹ ਨਹੀਂ ਸੀ ਰਹਿਣਾ। ਮੇਖ ਤੇ ਸਲੀਵ ਦੀ ਗੱਲ ਨੂੰ ਛੱਡ ਵੀ ਦਈਏ, ਉਸ ਦੇ ਕਮਰੇ ਵਿੱਚ ਪਈਆਂ ਚੀਜ਼ਾਂ ਦੀ ਤਰਤੀਬ ਵਿੱਚ ਕੋਈ ਹੋਰ ਹੀ ਵਿਘਨ ਪੈ ਸਕਦਾ ਸੀ। ਵਾਟ 69 ਦੀ ਬੋਤਲ ਵਿੱਚ ਮਨੀ ਪਲਾਂਟ ਉੱਗਣ ਦੀ ਥਾਂ ਲੈਂਪ ਸ਼ੇਡ ਠੁੱਕ ਸਕਦਾ ਸੀ। ਲਿਪਸਟਿਕ ਦੀਆਂ ਸ਼ੀਸ਼ੀਆਂ ਡਰੈਸਿੰਗ ਟੇਬਲ ਦੇ ਤਕੋਨੇ ਸ਼ੀਸ਼ੇ ਉੱਤੇ ਸੱਜੇ ਦੀ ਥਾਂ ਖੱਬੇ ਕੋਨੇ ਉੱਤੇ ਹੋ ਸਕਦੀਆਂ ਸਨ। ਮਿੰਨੀ ਫਰਿੱਜ ਚਾਰਪਾਈ ਦੀ ਥਾਂ ਹੋ ਸਕਦਾ ਸੀ ਤੇ ਚਾਰਪਾਈ ਮਿੰਨੀ ਫਰਿੱਜ ਦੀ ਥਾਂ। ਹੋਰ ਤਾਂ ਹੋਰ, ਲੱਕੜੀ ਦਾ ਇੱਕ ਨਿੱਕਾ ਜਿਹਾ ਕੁੱਤਾ ਜਿਹੜਾ ਕਿਤਾਬਾਂ ਦੇ ਰੈਕ ਕੋਲ ਮੂੰਹ ਵਿੱਚ ਸੱਜਰੀ ਡਾਕ ਲਈ ਚੁੱਪ-ਚਾਪ ਖੜਾ ਹੈ, ਡਰੈਸਿੰਗ ਟੇਬਲ ਉੱਤੇ ਚੜ੍ਹ ਸਕਦਾ ਸੀ। ਉੱਥੇ ਉਸਦਾ ਮੂੰਹ ਪਰਲੇ ਪਾਸੇ ਨੂੰ ਹੁੰਦਾ ਤਾਂ ਰੁੱਸਿਆ ਹੋਇਆ ਡਾਕੀਆ ਲੱਗਣਾ ਸੀ, ਤੇ ਉਰਲੇ ਪਾਸੇ ਨੂੰ ਹੁੰਦਾ ਤਾਂ ਭੌਂਕਣ ਵਾਲਾ ਗਲੀ ਦਾ ਕੁੱਤਾ। ਉਸਦੇ ਸਿਰ ਦੇ ਵਾਲ ਮੋਢਿਆਂ ਤੱਕ ਕੱਟੇ ਹੋਏ ਹੋਣ ਦੀ ਥਾਂ ਮੁੰਡਿਆਂ ਦੇ ਛੱਤਿਆਂ ਵਾਂਗ ਹੁੰਦੇ। ਸਾੜੀ ਦੀ ਥਾਂ ਪੈਂਟ ਪਹਿਨੀ ਹੁੰਦੀ ਤੇ ਪੈਰਾਂ ਵਿੱਚ ਬੰਦ ਗੁਰਗਾਬੀ ਦੀ ਥਾਂ ਚੱਪਲਾਂ ਪਾਈਆਂ ਹੁੰਦੀਆਂ। ਇੱਥੋਂ ਤੱਕ ਕਿ ਉਸਦੇ ਉੱਪਰਲੇ ਬੁੱਲ੍ਹ ਉੱਤੇ ਜਿਹੜੇ ਕੋਲੋਂ ਕੋਲ 2 ਤਿਲ ਸਨ, ਉਹ 3 ਵੀ ਹੋ ਸਕਦੇ ਸਨ ਤੇ 1 ਵੀ ਰਹਿ ਸਕਦਾ ਸੀ। ਹੋਰ ਤਾਂ ਹੋਰ, ਜੇ ਉਸਦਾ ਇਹ ਨਾਮ ਨਾ ਹੁੰਦਾ ਤਾਂ ਉਹ ਸਾਡੇ ਨੇਵੀ ਦੇ ਹਸਪਤਾਲ ਵਿੱਚ ਡਾਇਟੀਸ਼ੀਅਨ ਬਣਨ ਦੀ ਥਾਂ ਯੂਰਪ ਵਿੱਚ ਜੰਮ ਕੇ, ਹਿੱਪਣ ਬਣ ਕੇ, ਸਾਡੇ ਦੇਸ਼ ਵਿੱਚ ਜਿਸਮ ਢਿੱਲਾ ਛੱਡ ਕੇ ਬਾਂਬਰੀਆਂ ਵਾਲੇ ਗੋਰੇ ਨਾਲ ਖੜੱਪ ਪੈਰ ਧਰਦੀ ਤੁਰੀ ਫਿਰਦੀ। ਉਸਦਾ ਕੁਝ ਵੀ ਵਿਗੜ ਸਕਦਾ ਸੀ। ਉਹ ਕੰਨਿਆ ਕੁਆਰੀ ਰਹਿਣ ਦੀ ਥਾਂ ਸ਼ਾਦੀशुदा ਹੋ ਸਕਦੀ ਸੀ। ਉਹ ਮਿਸ ਸੌਫਟ ਤੋਂ ਮਿਸਿਜ਼ ਸਟੋਨ ਹੋ ਸਕਦੀ ਸੀ। ਸੌਫਟ ਨਾਂ ਨੇ ਜਿਵੇਂ ਉਸਨੂੰ ਹਰ ਤਰ੍ਹਾਂ ਦੀ ਕੁਰੂਪਤਾ ਤੋਂ ਰੋਕੀ ਰੱਖਿਆ ਸੀ। ਪਹਿਲੇ ਹੀ ਦਿਨ ਮਿਸ ਸੌਫਟ ਕੋਲਾਬਾ ਦੀ ਸਮੁੰਦਰ ਕੰਢੇ ਬਣੀ ਇਸ ਬਹੁਮੰਜ਼ਲੀ ਇਮਾਰਤ ਵਿੱਚ ਆਪਣਾ ਕਮਰਾ ਵੇਖਣ ਆਈ ਸੀ ਤਾਂ ਅੱਧੀ ਤੋਂ ਵੱਧ ਵਸੋਂ ਦੀਆਂ ਨਜ਼ਰਾਂ ਉੱਧਰ ਹੀ ਲੱਗ ਗਈਆਂ ਸਨ। ਗੋਲ-ਮੋਲ ਕੱਛੂ ਵਰਗੀ ਗੱਡੀ ਵਿੱਚੋਂ ਪੈਰਾਂ ਤੱਕ ਸੈਨਿਕ ਵਰਦੀ ਪਹਿਨੀ ਮਿਸ ਸੌਫਟ ਬੜੀ ਸਹਿਜੇ ਉਤਰੀ ਸੀ। ਨਵੀਂ ਵਸੋਂ ਵਿੱਚ ਦਾਖਲ ਹੋਣ ਵਾਲੀ ਨਾ ਹੀ ਉਸਨੂੰ ਕੋਈ ਉਤਸੁਕਤਾ ਸੀ ਤੇ ਨਾ ਹੀ ਅਚੰਭਾ। ਡਰਾਈਵਰ ਅੱਗੇ-ਅੱਗੇ ਤੇ ਮਿਸ ਸੌਫਟ ਪਿੱਛੇ-ਪਿੱਛੇ। 10 ਮਿੰਟਾਂ ਵਿੱਚ ਉਹ ਲਿਫਟ ਰਾਹੀਂ ਚੜ੍ਹ ਕੇ, ਕਮਰਾ ਵੇਖ ਕੇ, ਲਿਫਟ ਰਾਹੀਂ ਉਤਰ ਕੇ ਉਸੇ ਮਿੰਨੀ ਕਾਰ ਵਿੱਚ ਬਹਿ ਕੇ ਵਾਪਸ ਵੀ ਚਲੀ ਗਈ ਸੀ। ਰੁਕਦੀ ਵੀ ਕਿਉਂ? ਉਹ ਤਾਂ ਥਾਂ ਵੇਖਣ ਆਈ ਸੀ। ਕਮਰਾ ਤਾਂ ਉਸਨੇ ਆਪਣੇ ਢੰਗ ਨਾਲ ਸਜਾ ਹੀ ਲੈਣਾ ਸੀ, ਕਿਹੋ ਜਿਹਾ ਵੀ ਹੁੰਦਾ। ਉਂਝ ਵੀ ਕਮਰੇ ਦੇ ਬਾਧਰੇ ਵਿੱਚੋਂ ਸਮੁੰਦਰ ਦਾ ਨਜ਼ਾਰਾ ਆਮ ਵਿਖਾਈ ਦਿੰਦਾ ਸੀ, ਜਹਾਜ਼ਾਂ ਦੇ ਝੰਡੇ ਵੀ। ਪੇਸ਼ੇ ਵਜੋਂ ਮਿਸ ਸੌਫਟ ਅੱਧੀ ਡਾਕਟਰ ਸੀ। ਡਾਕਟਰ ਮਰੀਜ਼ ਨੂੰ ਤੱਕਦੇ ਅਤੇ ਉਸਦੀ ਖੁਰਾਕ ਦਾ ਅੰਦਾਜ਼ਾ ਲਾਉਣ ਲਈ ਡਾਇਟੀਸ਼ੀਅਨ ਮਿਸ ਸੌਫਟ ਨੂੰ ਸੌਂਪ ਦਿੰਦੇ। ਉਸਨੇ ਮਰੀਜ਼ ਦੀ ਪਲ-ਪਲ ਦੀ ਖੁਰਾਕ ਦਾ ਹਿਸਾਬ ਲਾ ਕੇ ਉਸਨੂੰ ਸਮਝਾਉਣਾ ਹੁੰਦਾ ਸੀ। ਕੇਲੇ ਵਿੱਚ ਕਿੰਨੀਆਂ ਕੈਲਰੀਆਂ ਹਨ, ਅੰਬ ਜਾਂ ਅੰਗੂਰ ਵਿੱਚ ਕਿੰਨੀਆਂ, ਕਿਹੜਾ ਫਲ ਕਿਹੜੀ ਮਰਜ਼ ਲਈ ਲਾਭਦਾਇਕ ਹੈ ਤੇ ਕਿਹੜੀ ਲਈ ਹਾਨੀਕਾਰਕ, ਪਤਲੇ ਤੋਂ ਮੋਟੇ ਕਿਵੇਂ ਹੋਈਦਾ ਹੈ
ਤੇ ਮੋਟੇ ਤੋਂ ਪਤਲੇ ਕਿਵੇਂ। ਉਸਨੂੰ ਇਹ ਵੀ ਪਤਾ ਸੀ ਕਿ ਕਿਹੜੀ ਖੁਰਾਕ ਜਿਸਮ ਦੇ ਕਿਹੜੇ ਹਿੱਸੇ ਉੱਤੇ ਕਿਹੋ ਜਿਹਾ ਅਸਰ ਕਰਦੀ ਹੈ। ਉਸਨੇ ਆਪਣਾ ਜਿਸਮ ਇਹਨਾਂ ਖੁਰਾਕਾਂ ਅਨੁਸਾਰ ਸਧਾਇਆ ਹੋਇਆ ਸੀ। ਸਵੇਰੇ ਸ਼ਾਮ ਜਦੋਂ ਉਸਦੇ ਜਾਣ ਆਉਣ ਦਾ ਵੇਲਾ ਹੁੰਦਾ ਤੇ ਮੇਰੀ ਘਰਵਾਲੀ ਉਸਨੂੰ ਵੇਖਣ ਲਈ ਬਾਹਰ ਬਰਾਂਡੇ ਵਿੱਚ ਖੜੀ ਹੋ ਜਾਂਦੀ। ਉਸਨੂੰ ਉਸਦੀ ਵਰਦੀ ਤੇ ਨਿਰਲੇਪ ਸ਼ਖਸੀਅਤ ਬੜੀ ਪ੍ਰਭਾਵਿਤ ਕਰਦੀ। ਛੁੱਟੀ ਵੇਲੇ ਜਦੋਂ ਕਦੀ ਵੀ ਮੇਰੀ ਘਰਵਾਲੀ ਉਸਨੂੰ ਕਾਰ ਵਿੱਚੋਂ ਉਤਰਦੀ ਨੂੰ ਤੱਕ ਲੈਂਦੀ ਤਾਂ ਪੌੜੀਆਂ ਦੇ ਕੋਲ ਜਾ ਖੜੀ ਹੁੰਦੀ। ਅਸੀਂ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਸਾਂ ਤੇ ਉਹ ਤੀਜੀ ਉੱਤੇ। ਸ਼ਾਮ ਵੇਲੇ ਉਹ ਅਕਸਰ ਲਿਫਟ ਦੀ ਵਰਤੋਂ ਨਹੀਂ ਸੀ ਕਰਦੀ, ਸ਼ਾਇਦ ਸਿਹਤ ਚੰਗੀ ਰੱਖਣ ਲਈ। ਮੇਰੀ ਘਰਵਾਲੀ ਕੋਲੋਂ ਲੰਘਦੀ ਉਹ ਥੋੜ੍ਹਾ ਜਿਹਾ ਮੁਸਕਰਾ ਦਿੰਦੀ ਤੇ ਇੰਨੇ ਵਿੱਚ ਹੀ ਮੇਰੀ ਘਰਵਾਲੀ ਦਾ ਜੀਵਨ ਸਫਲਾ ਹੋ ਜਾਂਦਾ। ਇੰਨੀ ਕੁ ਮੁਸਕਰਾਹਟ ਮੈਂ ਉਸਦੇ ਚਿਹਰੇ ਉੱਤੇ ਸਦਾ ਹੀ ਤੱਕੀ ਸੀ। ਪਤਾ ਨਹੀਂ ਉਸਨੇ ਕਿੰਨੇ ਲੋਕਾਂ ਦਾ ਜੀਵਨ ਸਫਲਾ ਕੀਤਾ ਸੀ। ਜੇ ਹੋਰ ਪੁੱਛਦੇ ਹੋ ਤਾਂ ਉਹ ਇਸ ਤੋਂ ਵੱਧ ਮੁਸਕਰਾਉਂਦੀ ਵੀ ਨਹੀਂ ਸੀ। ਸਾਡੀ ਬੈਰਕ ਵਿੱਚ ਰਹਿਣ ਵਾਲੇ ਇੱਕ ਇੰਜੀਨੀਅਰ ਦੀ ਬਹੁਤ ਮੋਟੀ ਪਤਨੀ ਇੱਕ ਵਾਰੀ ਬਰਸਾਤੀ ਚੂਹੇ ਨੂੰ ਤੱਕ ਕੇ ਡਿੱਗ ਪਈ ਸੀ। ਸਾਰੀ ਵਸੋਂ ਦਾ ਹਾਸਾ ਨਿਕਲ ਗਿਆ ਸੀ, ਪਰ ਮਿਸ ਸੌਫਟ ਕੋਲੋਂ ਦੀ ਮੁਸਕਰਾ ਕੇ ਲੰਘ ਗਈ ਸੀ, ਜਿੰਨਾ ਕੁ ਮੁਸਕਰਾ ਕੇ ਉਸ ਪਹਿਲੀ ਮੰਜ਼ਿਲ 'ਤੇ ਪੌੜੀਆਂ ਕੋਲ ਖੜੋਤੀ ਮੇਰੀ ਘਰਵਾਲੀ ਕੋਲੋਂ ਲੰਘਣਾ ਸੀ। ਮਿਸ ਨਾਲ ਦੋਸਤੀ ਪਾਉਣ ਦਾ ਚਾਹਵਾਨ ਮੇਰਾ ਇੱਕ ਮਿੱਤਰ ਦਫ਼ਤਰੋਂ ਦਫ਼ਤਰ ਦੀ ਵਾਕਫੀਅਤ ਕੱਢ ਕੇ ਇੱਕ ਦਿਨ ਉਸਨੂੰ ਮਿਲਣ ਗਿਆ। ਮੈਂ ਤੇ ਮੇਰੀ ਘਰਵਾਲੀ ਹਾਲੀ ਇਹ ਅਨੁਮਾਨ ਹੀ ਲਾ ਰਹੇ ਸਾਂ ਕਿ ਮੇਰੇ ਮਿੱਤਰ ਨੇ ਇੰਜ ਨਮਸਕਾਰ ਕੀਤੀ ਹੋਵੇਗੀ ਤੇ ਉਸਨੇ ਇੰਜ ਮੁਸਕਰਾ ਕੇ ਉੱਤਰ ਦਿੱਤਾ ਹੋਵੇਗਾ, ਪਰ ਉਹ ਵਾਪਸ ਵੀ ਆ ਗਿਆ। ਉਹ ਉਸਨੂੰ ਮੁਸਕਰਾ ਕੇ ਮਿਲੀ ਸੀ। ਖੜਿਆਂ ਖੜਿਆਂ ਹੀ ਉਸਨੇ ਕੇਵਲ ਇੰਨਾ ਹੀ ਪੁੱਛਿਆ ਸੀ ਕਿ ਮੇਰਾ ਮਿੱਤਰ ਕਿੱਥੇ ਕੰਮ ਕਰਦਾ ਤੇ ਕਿੱਥੇ ਰਹਿੰਦਾ, ਤੇ ਉਸਨੇ ਉਸੇ ਤਰ੍ਹਾਂ ਵਿਦਾ ਕਰ ਦਿੱਤਾ ਸੀ। ਉਸਨੇ ਸ਼ਾਇਦ ਉਸਨੂੰ ਬੈਠਣ ਲਈ ਕਿਹਾ ਸੀ, ਪਰ ਮੇਰੇ ਮਿੱਤਰ ਦੇ ਕਮਰੇ ਦੇ ਮੁਕਾਬਲੇ 'ਤੇ ਉਸਦਾ ਕਮਰਾ ਇੰਨੀ ਤਰਤੀਬ ਨਾਲ ਸੰਭਾਲਿਆ ਹੋਇਆ ਸੀ ਕਿ ਉਸਨੂੰ ਸਮਝ ਨਹੀਂ ਸੀ ਪੈ ਰਹੀ ਕਿ ਉਹ ਕਿੱਥੇ ਬੈਠੇ। ਜਿਵੇਂ ਸਾਰੇ ਦੇ ਸਾਰੇ ਮੂਹੜੇ ਪੀੜ੍ਹੀਆਂ ਬੈਠਣ ਲਈ ਨਹੀਂ, ਸਜਾਵਟ ਲਈ ਸਨ। ਮੇਰੇ ਮਿੱਤਰ ਦੇ ਕਹਿਣ ਅਨੁਸਾਰ ਜੇ ਮਿਸ ਨੂੰ ਕੋਈ ਮੁਹੱਬਤ ਵੀ ਕਰਨੀ ਚਾਹੁੰਦਾ ਤਾਂ ਉਸਦਾ ਵੀ ਸ਼ਾਇਦ ਇੱਕ ਨਿਸ਼ਚਿਤ ਸਲੀਕਾ ਸੀ ਤੇ ਇੱਕ ਖਾਸ ਤਰਤੀਬ। ਮਿਸ ਸੌਫਟ ਨੂੰ ਪਤਾ ਸੀ ਕਿ ਕਿਸ ਨੂੰ ਕਿੰਨੀ ਬਿੱਥ ਉੱਤੇ ਰੱਖਣਾ ਹੈ, ਤੇ ਸ਼ਾਇਦ ਇਹੀਓ ਕਾਰਨ ਸੀ ਕਿ ਉਸਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਤੇ ਲੋਕਾਂ ਵਿਚਕਾਰ ਇੱਕ ਬਿੱਥ ਪਾ ਛੱਡੀ ਸੀ, ਜਿਸ ਦੇ ਫਲਸਰੂਪ ਉਹ ਨਿਰਲੇਪ ਜੀਵਨ ਜਿਉ ਰਹੀ ਸੀ। ਚੰਗੀ ਵਿੱਦਿਆ ਤੇ ਚੰਗੀ ਨੌਕਰੀ ਦੇ ਹੁੰਦਿਆਂ ਸੁੰਦਿਆਂ 30 ਵਰ੍ਹੇ ਦੀ ਉਮਰ ਤੱਕ ਕੁਆਰੀ ਰਹਿਣ ਦਾ ਹੋਰ ਕੋਈ ਕਾਰਨ ਹੀ ਨਹੀਂ ਸੀ ਦਿਸਦਾ। ਇੰਜ ਵੀ ਨਹੀਂ ਕਿ ਉਸਦੀ ਵਾਕਫੀਅਤ ਹੀ ਨਹੀਂ ਸੀ। ਨਵੇਂ ਵਿਆਹੇ ਜਾਂ ਇੱਕ ਦੋ ਛੋਟੇ ਬਾਲਾਂ ਵਾਲੇ ਜੋੜੇ ਉਸ ਕੋਲ ਆਉਂਦੇ ਰਹਿੰਦੇ। ਕੋਈ ਉਸਦਾ ਜਮਾਤੀ ਆਪਣੀ ਪਤਨੀ ਨੂੰ ਨਾਲ ਲੈ ਕੇ ਮਿਲਣਾ ਚਾਹੁੰਦਾ ਤੇ ਕੋਈ ਉਸਦੀ ਸਹੇਲੀ ਆਪਣੇ ਪਤੀ ਤੇ ਬੱਚਿਆਂ ਨੂੰ ਨਾਲ ਲੈ ਕੇ ਆ ਜਾਂਦੀ। ਕਦੀ ਕਦਾਈ ਕੋਈ ਵਿਦੇਸ਼ੀ ਜੋੜਾ ਵੀ ਆਉਂਦਾ। ਉਹ ਸ਼ਾਇਦ ਉਸਦਾ ਅਮਰੀਕਾ ਦਾ ਵਾਕਫ ਸੀ, ਤੇ ਜਾਂ ਫਿਰ ਉਸੇ ਹਸਪਤਾਲ ਵਿੱਚ ਕੰਮ ਕਰਨ ਵਾਲਾ ਇੱਕ ਕੰਵਾਰਾ ਡਾਕਟਰ ਚੱਕਰ ਲਾ ਜਾਂਦਾ। ਉਸਦੇ ਨਾਲ ਵੀ ਸਦਾ ਕੋਈ ਨਾ ਕੋਈ ਹੋਰ ਦੋਸਤ ਹੁੰਦਾ। ਅਮਰੀਕਾ ਵਿੱਚ ਇਮਤਿਹਾਨ ਦੇ ਦਿਨਾਂ ਵਿੱਚ ਉਹ ਕਿਸੇ ਮੁੰਡੇ ਨਾਲ ਰਲ ਕੇ ਪੜ੍ਹਦੀ ਹੁੰਦੀ ਸੀ, ਤਾਂ ਉਸਦੀ ਇੱਕ ਪ੍ਰੋਫੈਸਰ ਨੇ ਇੱਕ ਦਿਨ ਪੁੱਛ ਲਿਆ ਸੀ ਕਿ ਉਹ ਵਿਆਹ ਕਦੋਂ ਕਰਵਾ ਰਹੇ ਨੇ। ਜੇ ਉੱਥੇ ਕਿਸੇ ਨਾਲ 10 ਦਿਨ ਇਕੱਠਿਆਂ ਪੜ੍ਹਨ ਤੋਂ ਲੋਕ ਇਹ ਸੋਚ ਸਕਦੇ ਹਨ ਤਾਂ ਭਾਰਤੀ ਸੱਭਿਅਤਾ ਅਨੁਸਾਰ ਤਾਂ ਕੋਈ ਵੀ ਗੱਲ ਬਣ ਸਕਦੀ ਸੀ। ਮਿਸ ਨੇ ਕਿਸੇ ਨਾਲ ਨਾ ਭੇਜਣ ਦਾ ਫੈਸਲਾ ਹੀ ਕਰ ਲਿਆ ਸੀ, ਇੱਥੋਂ ਤੱਕ ਕਿ ਉਹ ਕਿਸੇ ਨੂੰ ਇਕੱਲਿਆਂ ਘਰ ਆਉਣ ਲਈ ਕਹਿੰਦੀ ਵੀ ਨਹੀਂ ਸੀ। ਉਹਨਾਂ ਦਿਨਾਂ ਵਿੱਚ ਹੀ ਸਾਡੀ ਉਸ ਨਾਲ ਇੱਕ ਸਾਂਝ ਪੈਦਾ ਹੋ ਗਈ। ਸਾਡੀ ਆਇਆ ਨੇ ਆਪਣਾ ਭਣੇਵਾਂ ਉਹਦੇ ਕੋਲ ਨੌਕਰ ਰਖਵਾ ਦਿੱਤਾ। ਉਹ ਮੁੰਡਾ ਸਾਡੀ ਆਇਆ ਦੇ ਕੋਲ ਹੀ ਰਹਿੰਦਾ ਸੀ। ਮਿਸ ਨੂੰ ਕੌਣ ਮਿਲਣ ਆਇਆ ਸੀ ਤੇ ਕੀ ਦੇ ਗਿਆ ਸੀ, ਜਾਂ ਉਸਨੇ ਆਪਣੇ ਘਰ ਵਿੱਚ ਕੀ ਤਬਦੀਲੀ ਕੀਤੀ ਸੀ, ਇੱਥੋਂ ਤੱਕ ਕਿ ਉਸਨੇ ਕਿੰਨੇ ਬਰਤਨ ਕਦੋਂ ਨਵੇਂ ਲਏ ਸਨ ਤੇ ਕਿਹੜੇ ਦਿਨ ਕਿਹੜਾ ਰਿਕਾਰਡ ਆਪਣੇ ਰਿਕਾਰਡ ਪਲੇਅਰ ਲਈ ਖਰੀਦਿਆ ਤੇ ਵਜਾ ਕੇ ਦੇਖਿਆ ਸੀ। ਸਾਨੂੰ ਹਰ ਪ੍ਰਕਾਰ ਦੀ ਖਬਰ ਉਸ ਦੇ ਨੌਕਰ ਤੋਂ ਆਪਣੀ ਆਇਆ ਰਾਹੀਂ ਮਿਲਦੀ ਰਹਿੰਦੀ। ਹੌਲੀ ਹੌਲੀ ਸਾਡੇ ਬੱਚੇ ਵੀ ਉਸ ਦੇ ਘਰ ਜਾਣ ਆਉਣ ਲੱਗ ਪਏ, ਤੇ ਇੱਕ ਦਿਨ ਬੱਚਿਆਂ ਦੀ ਭਾਲ ਵਿੱਚ ਨਿਕਲੀ ਮੇਰੀ ਘਰਵਾਲੀ ਵੀ ਉਸ ਦੇ ਕਮਰੇ ਵਿੱਚ ਜਾ ਵੜੀ। ਉਹ ਆਪਣੀ ਸੁਭਾਵਿਕ ਮੁਸਕਰਾਹਟ ਨਾਲ ਖੁਸ਼ ਹੋ ਕੇ ਮਿਲੀ
ਤੇ ਉਸਨੇ ਮੇਰੀ ਘਰਵਾਲੀ ਦਾ ਸਾਡੇ ਘਰ ਆਉਣ ਦਾ ਸੱਦਾ ਵੀ ਪ੍ਰਵਾਨ ਕਰ ਲਿਆ। ਮੇਰੀ ਘਰਵਾਲੀ ਬੜੀ ਖੁਸ਼ ਸੀ। ਉਹ ਹੁਣ ਉਸ ਦੇ ਬਾਰੇ ਵਧੇਰੇ ਜਾਣ ਸਕੇਗੀ। ਸਾਡੇ ਪੁੱਤਰ ਨਹੀਂ ਸੀ। ਦੋਵੇਂ ਧੀਆਂ ਤੀਜੀ ਤੇ ਪੰਜਵੀਂ ਵਿੱਚ ਪੜ੍ਹਦੀਆਂ ਸਨ। ਮੇਰੀ ਘਰਵਾਲੀ ਆਪਣੀਆਂ ਧੀਆਂ ਦਾ ਭਵਿੱਖ ਮਿਸ ਸੌਫਟ ਨਾਲ ਮੇਲਦੀ ਰਹਿੰਦੀ। ਉਸਨੂੰ ਕੀ ਸੁੱਖ ਸਨ ਤੇ ਕੀ ਦੁੱਖ। ਮੇਰੀ ਘਰਵਾਲੀ ਆਪ ਤਾਂ ਇੰਨੀ ਪੜ੍ਹੀ ਹੋਈ ਨਹੀਂ ਸੀ ਕਿ ਨੌਕਰੀ ਕਰ ਸਕਦੀ, ਪਰ ਧੀਆਂ ਨੂੰ ਪੜ੍ਹਾ ਕੇ ਇਹਨਾਂ ਸੁੱਖਾਂ ਦੁੱਖਾਂ ਵਿੱਚੋਂ ਜ਼ਰੂਰ ਲੰਘਾਉਣਾ ਚਾਹੁੰਦੀ ਸੀ। ਅਨਪੜ੍ਹ ਬੰਦਾ ਤਾਂ ਨਿਰਾ ਢੋਰ ਹੁੰਦਾ ਹੈ, ਉਸਨੂੰ ਜ਼ਮਾਨੇ ਦੀ ਸੂਝ ਹੀ ਨਹੀਂ ਆ ਸਕਦੀ। ਮੇਰੀ ਘਰਵਾਲੀ ਇੱਦਾਂ ਦੀਆਂ ਸੋਚਾਂ ਸੋਚਦੀ ਰਾਤ ਨੂੰ ਰੇਡੀਓ ਉੱਤੇ ਦੇਸ਼ ਦੀ ਇਸਤਰੀ ਪ੍ਰਧਾਨ ਮੰਤਰੀ ਦੇ ਫੈਸਲੇ ਸੁਣ ਕੇ ਇਹੋ ਸੁਪਨੇ ਲੈਂਦੀ ਸੌਂ ਜਾਂਦੀ। ਮਿਸ ਸੌਫਟ ਸਾਡੇ ਘਰ ਆਈ ਤਾਂ ਮੇਰੀ ਘਰਵਾਲੀ ਨੇ ਸਹਿਜੇ ਸਹਿਜੇ ਕਈ ਗੱਲਾਂ ਪੁੱਛੀਆਂ। ਪਤਾ ਲੱਗਾ ਕਿ ਉਸਦੇ 2 ਭਰਾ ਸਨ, ਇੱਕ ਮੇਜਰ ਤੇ ਇੱਕ ਇੰਜੀਨੀਅਰ। ਉਸ ਦਾ ਸੂਬੇਦਾਰ ਪਿਤਾ ਦੂਜੀ ਲੜਾਈ ਵਿੱਚ ਮਰ ਗਿਆ ਸੀ। ਉਹ ਸਭ ਤੋਂ ਵੱਡੀ ਸੀ। ਉਸ ਦੀ ਮਾਂ ਨੇ ਉਸਨੂੰ ਪੜ੍ਹਾਇਆ ਸੀ ਤੇ ਉਸਨੇ ਆਪਣੇ ਭਰਾਵਾਂ ਨੂੰ। ਹੁਣ ਉਸਦੇ ਭਰਾ ਵਿਆਹੇ ਵਰੇ ਸਨ ਤੇ ਪਿੰਡ ਉਸਦੀ ਮਾਂ ਇਕੱਲੀ ਰਹਿੰਦੀ ਸੀ, ਜਿਸ ਨੂੰ ਉਹ ਆਪਣੇ ਕੋਲ ਲਿਆਉਣ ਵਾਲੀ ਸੀ। ਸਾਡੀ ਵਡੇਰੀ ਉਮਰ ਦੀ ਆਇਆ ਨੂੰ ਮਿਸ ਸੌਫਟ ਉੱਤੇ ਬੜਾ ਤਰਸ ਆਉਂਦਾ। ਉਸਦਾ ਜੀਅ ਕਰਦਾ ਕਿ ਇਸਨੂੰ ਕੋਈ ਭਲਾ ਜਿਹਾ ਮੁੰਡਾ ਲੱਭ ਜਾਵੇ ਤੇ ਇਹ ਵੀ ਲੋਕਾਂ ਵਾਂਗ ਘਰ ਵਸਾ ਕੇ ਬੈਠੇ। ਇਕੱਲੀ ਜਾਣ ਦਾ ਕੀ ਹੁੰਦਾ? ਨਾ ਕੋਈ ਦੁੱਖ ਦਾ ਸਾਥੀ ਤੇ ਨਾ ਹੀ ਸੁੱਖ ਦਾ। ਮੈਂ ਤਾਂ 2 ਦਿਨ ਘਰ ਵਿੱਚ ਇਕੱਲੀ ਰਹਿ ਜਾਵਾਂ ਤਾਂ ਮੈਨੂੰ ਘਰ ਵੱਢ ਖਾਣ ਨੂੰ ਪੈਂਦਾ। ਉਹ ਮੇਰੀ ਘਰਵਾਲੀ ਨਾਲ ਗੱਲਾਂ ਕਰਦੀ ਤੇ ਮੇਰੀ ਘਰਵਾਲੀ ਦਾ ਜੀਅ ਹੁੰਗਾਰਾ ਭਰਨ ਨੂੰ ਕਰਦਾ, ਪਰ ਉਹ ਹੂੰ ਹਾਂ ਕਰਕੇ ਚੁੱਪ ਕਰ ਜਾਂਦੀ। ਇਕੱਲੀ ਸੀ ਤਾਂ ਕੀ ਸੀ, ਆਪਣੇ ਤਨ ਮਨ ਦੀ ਮਾਲਕ ਸੀ। ਜੋ ਜੀ ਆਉਂਦਾ ਕਰਦੀ ਸੀ, ਜੋ ਮਨ ਆਉਂਦਾ ਪਹਿਨਦੀ ਸੀ। ਕੱਲ੍ਹ ਨੂੰ ਸਾਡੀਆਂ ਧੀਆਂ ਨੇ ਵੀ ਇਸ ਤਰ੍ਹਾਂ ਕਰਨਾ ਸੀ। ਇਹ ਸੋਚ ਕੇ ਮੇਰੀ ਘਰਵਾਲੀ ਨੂੰ ਖੁਸ਼ੀ ਵੀ ਹੁੰਦੀ ਤੇ ਦੁੱਖ ਵੀ। ਪਰ ਮਿਸ ਸੌਫਟ ਦੀ ਇਕੱਲਤਾ ਦਾ ਖਿਆਲ ਕਰਕੇ ਉਹ ਮੁੜ ਚੁੱਪ ਹੋ ਜਾਂਦੀ। ਕੋਈ ਆਪਣੇ ਤੋਂ ਛੋਟਾ ਹੋਵੇ, ਕੋਈ ਵੱਡਾ ਤੇ ਕੋਈ ਹਾਣ ਦਾ। ਬੰਦੇ ਬੰਦੇ ਦੀਆਂ ਬਾਹਾਂ ਹੁੰਦੇ ਨੇ ਤੇ ਬਾਹਾਂ ਬਿਨਾਂ ਕਾਹਦਾ ਜੀਵਨ। ਮੇਰੀ ਘਰਵਾਲੀ ਨਿਰਾਸ਼ ਜਿਹੀ ਹੋ ਜਾਂਦੀ। ਉਹ ਇਹ ਗੱਲ ਮਿਸ ਨਾਲ ਕਰਨਾ ਚਾਹੁੰਦੀ, ਪਰ ਉਸਦਾ ਹੌਸਲਾ ਨਾ ਪੈਂਦਾ। ਮਿਸ ਸੌਫਟ ਇਹਦਾ ਕੋਈ ਹੱਲ ਕਿਉਂ ਨਹੀਂ ਸੀ ਲੱਭ ਸਕਦੀ? ਮੇਰੀ ਘਰਵਾਲੀ ਦੇ ਬੱਚਿਆਂ ਦਾ ਭਵਿੱਖ ਇਸ ਗੱਲ ਨਾਲ ਬੱਝਾ ਹੋਇਆ ਸੀ। ਇਹਨਾਂ ਦਿਨਾਂ ਵਿੱਚ ਹੀ ਸਾਡੀ ਆਇਆ ਦਾ ਭਣੇਵਾਂ ਮਿਸ ਸੌਫਟ ਦਾ 200 ਰੁਪਈਆ ਲੈ ਕੇ ਭੱਜ ਗਿਆ। ਉਸਨੇ ਟੈਲੀਫੋਨ ਦਾ ਬਿੱਲ ਜਮ੍ਹਾਂ ਕਰਾਉਣ ਲਈ ਭੇਜਿਆ ਸੀ। ਉਹ ਵਾਪਸ ਮੁੜ ਕੇ ਹੀ ਨਹੀਂ ਸੀ ਆਇਆ। ਮਿਸ ਸੌਫਟ ਉਸ ਦਿਨ ਵੀ ਉਡੀਕਦੀ ਰਹੀ ਤੇ ਉਸ ਤੋਂ ਅਗਲੇ ਦਿਨ ਵੀ। ਅੰਤ ਤੀਜੇ ਦਿਨ ਸਵੇਰੇ ਐਤਵਾਰ ਨੂੰ ਉਹ ਸਾਡੇ ਘਰ ਆਈ। ਸਾਡੀ ਆਇਆ ਦੂਸ਼ਣ ਸੁਣਦਿਆਂ ਸਾਰ ਲੋਹੀ ਲਾਖੀ ਹੋ ਗਈ। ਕਿਸੇ ਗੱਲੋਂ ਝਿੜਕਿਆ ਹੋਵੇਗਾ। ਜਵਾਕ ਸ਼ਹਿਰ ਛੱਡ ਕੇ ਪਤਾ ਨਹੀਂ ਕਿੱਥੇ ਭੱਜ ਗਿਆ। ਸਾਨੂੰ ਤਾਂ ਆਪ ਹੁਣੇ ਪਤਾ ਲੱਗਾ ਤੇ ਪਰੇਸ਼ਾਨ ਹਾਂ। ਕਸੂਰ ਆਪਣਾ ਤੇ ਦੋਸ਼ ਲਾਉਂਦੀ ਆ ਜਵਾਕ ਉੱਤੇ। ਸਾਡੀ ਆਇਆ ਨੇ 2 ਵਾਕਾਂ ਨਾਲ ਹੀ ਮਿਸ ਸੌਫਟ ਨੂੰ ਚੁੱਪ ਕਰਾ ਦਿੱਤਾ। ਉਹ ਆਪਣੇ ਘਰ ਨੂੰ ਪਰਤ ਗਈ। ਅੱਜ ਪਹਿਲੀ ਵਾਰ ਉਸ ਦੇ ਬੁੱਲ੍ਹਾਂ 'ਤੇ ਮੁਸਕਾਨ ਨਹੀਂ ਸੀ ਰਹੀ। ਮੇਰੀ ਘਰਵਾਲੀ ਦੂਰ ਸਮੁੰਦਰ ਵਿੱਚ ਦਿਸ ਹੱਦੇ ਵੱਲ ਤੱਕਣ ਲੱਗ ਪਈ। ਮਿਸ ਸੌਫਟ ਵੀ ਚਲੀ ਗਈ ਤੇ ਆਇਆ ਵੀ। ਸਾਡੇ ਘਰ ਵਿੱਚ ਇਸ ਤਰ੍ਹਾਂ ਚੁੱਪ ਵਰਤ ਗਈ ਜਿਵੇਂ ਸਾਡੇ ਘਰ ਚੋਰੀ ਹੋ ਗਈ ਹੋਵੇ। ਵੇਖ ਲਵਾਂਗੇ ਕੀ ਕਰਦੀ ਆ। ਥੱਲੇ ਤੁਰੀ ਜਾਂਦੀ ਆਇਆ ਦੇ ਵਾਕ ਮੇਰੇ ਕੰਨੀ ਪਏ। ਮਿਸ ਸੌਫਟ ਕਿੰਨੀ ਨਿਆਸਰਾ ਸੀ ਤੇ ਆਇਆ ਕਿੰਨੇ ਆਸਰੇ ਵਾਲੀ। ਸਾਡੇ ਘਰੋਂ ਤੁਰਨ ਲੱਗੀ ਮਿਸ ਦਾ ਚਿਹਰਾ ਹਾਲੀ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਇੰਨਾ ਤਾਂ ਉਸਦਾ ਚਿਹਰਾ ਉਸ ਦਿਨ ਵੀ ਨਹੀਂ ਸੀ ਉਤਰਿਆ ਜਦੋਂ ਅੱਧੀ ਰਾਤ ਸੌਣ ਤੋਂ ਪਹਿਲਾਂ ਕੂੜੇ ਵਾਲੀ ਟੋਕਰੀ ਬਾਹਰ ਰੱਖਣ ਲੱਗਿਆਂ ਉਸ ਦੇ ਕਮਰੇ ਦਾ ਆਟੋਮੈਟਿਕ ਜੰਦਰਾ ਲੱਗ ਗਿਆ ਸੀ ਤੇ ਉਹ ਪੇਟੀਕੋਟ ਤੇ ਬਲਾਊਜ਼ ਪਹਿਨੀ ਬਾਹਰ ਖਲੋਤੀ ਰਹਿ ਗਈ ਸੀ। ਉਸ ਦਿਨ ਅੱਧੀ ਰਾਤ ਗਈ 2 ਮੰਜ਼ਲਾਂ ਦੀਆਂ ਪੌੜੀਆਂ ਪੇਟੀਕੋਟ ਤੇ ਬਲਾਊਜ਼ ਪਹਿਨੀ ਉਤਰ ਕੇ ਜਦੋਂ ਉਸਨੇ ਸਾਡੇ ਘਰੋਂ ਸਾੜੀ ਮੰਗਣ ਲਈ ਦਰਵਾਜ਼ਾ ਖੜਕਾਇਆ ਸੀ ਤਾਂ ਦਰਵਾਜ਼ੇ ਉੱਤੇ ਮੈਨੂੰ ਤੱਕ ਕੇ ਉਸਦੇ ਚਿਹਰੇ ਉੱਤੇ ਸਦਾ ਵਾਲਾ ਨੂਰ ਨਹੀਂ ਸੀ ਰਿਹਾ ਤੇ ਉਹ ਨੂਰ ਮੇਰੇ ਘਰਵਾਲੀ ਦੀ ਸਾੜੀ ਪਹਿਨ ਕੇ ਵੀ ਚੌਂਕੀਦਾਰ ਕੋਲੋਂ ਦੂਜੀ ਚਾਬੀ ਮੰਗ ਲਿਆਉਣ 'ਤੇ ਵੀ ਨਹੀਂ ਸੀ ਪਰਤਿਆ। ਪਰ ਅੱਜ ਦੀ ਤੇ ਉਸ ਦਿਨ ਦੀ ਗੱਲ ਵਿੱਚ ਇੱਕ ਪੂਰੇ ਯੁੱਗ ਦਾ ਫਰਕ ਸੀ। ਉਸ ਦਿਨ ਉਸਦੀ ਮੁਸਕਾਨ ਦੀ ਅਣਹੋਂਦ ਸ਼ਰਮ ਨਾਲ ਘੁਲ ਕੇ ਹੁਸੀਨ ਹੋ ਗਈ ਸੀ ਤੇ ਅੱਜ
ਮੁਰਦਾ ਲਾਸ਼। ਅਸੀਂ ਕਰਨਾ ਚਾਹੁੰਦੇ ਹੋਏ ਵੀ ਕੁਝ ਨਹੀਂ ਸਾਂ ਕਰ ਸਕਦੇ। ਆਇਆ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਪੈਸੇ ਉਸ ਦੇ ਭਣੇਵੇਂ ਨੇ ਰੱਖ ਲਏ ਸਨ ਤੇ ਇਸ ਕੰਮ ਵਿੱਚ ਉਸ ਨੂੰ ਆਇਆ ਦੀ ਸ਼ਹਿ ਵੀ ਸੀ। ਪਰ ਅਸੀਂ ਮਿਸ ਦੀ ਮਦਦ ਕਰਦੇ ਤਾਂ ਆਇਆ ਤੋਂ ਬੁਰੇ ਪੈਂਦੇ ਸਾਂ। ਉਹ ਸਾਡੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਦਿਨ ਤੋਂ ਸਾਡੇ ਕੋਲ ਬੱਚਿਆਂ ਦੀ ਮਾਂ ਬਣ ਕੇ ਰਹਿੰਦੀ ਸੀ। ਉਂਝ ਵੀ ਇਸ ਗੱਲ ਬਾਰੇ ਉਹ ਪੈਰਾਂ ਉੱਤੇ ਪਾਣੀ ਨਹੀਂ ਸੀ ਪੈਣ ਦਿੰਦੀ। ਹੋ ਸਕਦਾ ਹੈ ਪਹਿਲਾਂ ਆਇਆ ਦੀ ਮਰਜ਼ੀ ਪੈਸੇ ਦੱਬ ਜਾਣ ਦੀ ਨਾ ਹੀ ਹੋਵੇ, ਪਰ ਮੁੰਡੇ ਦੀ ਜਿੱਦ ਅੱਗੇ ਲਾਚਾਰ ਹੋ ਗਈ ਹੋਵੇ। ਇਸ ਵੇਲੇ ਆਇਆ ਚੰਡੀ ਦਾ ਰੂਪ ਧਾਰੀ ਫਿਰਦੀ ਸੀ। ਉਸਨੇ ਪੈਸੇ ਨਾ ਵਾਪਸ ਕਰਨ ਦਾ ਫੈਸਲਾ ਕਰ ਲਿਆ ਸੀ, ਸ਼ਾਇਦ ਇਸ ਲਈ ਕਿ ਮਿਸ ਸੌਫਟ ਕਰ ਵੀ ਕੀ ਸਕਦੀ ਸੀ। ਉਂਝ ਵੀ 200 ਰੁਪਏ ਉਸ ਲਈ ਕੋਈ ਏਡੀ ਵੱਡੀ ਰਕਮ ਨਹੀਂ ਸਨ ਕਿ ਦੁਨੀਆ ਭਰ ਵਿੱਚ ਇਸ ਦਾ ਰੌਲਾ ਪਾਉਂਦੀ ਫਿਰੇ। ਸਾਡੇ ਘਰ ਗੱਲ ਕਰਕੇ ਹੀ ਉਸਨੇ ਵੇਖ ਲਿਆ ਸੀ ਕਿ ਉਸਦੀ ਕਿੰਨੀ ਬੇਇੱਜ਼ਤੀ ਹੋਈ ਸੀ ਤੇ ਅਸੀਂ ਕੁਝ ਵੀ ਨਹੀਂ ਸਾਂ ਕਰ ਸਕੇ। ਮੇਰੀ ਘਰਵਾਲੀ ਹੋਰ ਵੀ ਪਰੇਸ਼ਾਨ ਸੀ। ਉਸ ਦੀਆਂ ਧੀਆਂ ਦਾ ਭਵਿੱਖ ਇਸ ਗੱਲ ਨਾਲ ਵੀ ਵੱਜਾ ਹੋਇਆ ਸੀ। ਇਹ ਠੀਕ ਹੈ ਕਿ ਪੜ੍ਹ ਕੇ ਨੌਕਰੀ ਕਰਨ ਵਾਲੀਆਂ ਕੁੜੀਆਂ ਸਭ ਕੁਆਰੀਆਂ ਨਹੀਂ ਸੀ ਰਹਿੰਦੀਆਂ, ਪਰ ਹੈਸਨ ਜ਼ਰੂਰ। ਇਸ ਤੋਂ ਕੋਈ ਮੁਨਕਰ ਨਹੀਂ ਸੀ ਹੋ ਸਕਦਾ। ਤੇ ਰੱਬ ਦੇ ਘਰ ਦਾ ਕੀ ਪਤਾ ਕਿਸ ਦਾ ਗੁਣਾ ਕਿੱਧਰ ਪੈਂਦਾ। ਕਈ ਦਿਨ ਨਾ ਹੀ ਮਿਸ ਸੌਫਟ ਸਾਡੇ ਘਰ ਆਈ ਤੇ ਨਾ ਹੀ ਅਸੀਂ ਉਸ ਦੇ ਘਰ ਗਏ। ਸਾਡੇ ਬੱਚੇ ਖਬਰ ਲਿਆਉਂਦੇ ਸਨ ਕਿ ਉਹ ਪਹਿਲਾਂ ਵਾਂਗ ਹੀ ਖੁਸ਼ ਹੈ, ਪਰ ਫਿਰ ਵੀ ਸਾਡਾ ਉਸ ਨੂੰ ਮਿਲਣ ਦਾ ਹੌਸਲਾ ਨਹੀਂ ਸੀ ਪੈਂਦਾ। ਅਸੀਂ ਇਸ ਗੱਲ ਦੀ ਵੀ ਗੌਰ ਨਹੀਂ ਸੀ ਕੀਤੀ ਕਿ ਉਹ ਕਿਸ ਵੇਲੇ ਦਫ਼ਤਰ ਜਾਂਦੀ ਹੈ ਤੇ ਕਦੋਂ ਪਰਤਦੀ ਹੈ। ਜਦ ਸਾਡੀਆਂ ਧੀਆਂ ਦਾ ਭਵਿੱਖ ਹੀ ਪੂਰਨ ਤੌਰ 'ਤੇ ਉਜਲਾ ਨਹੀਂ ਸੀ ਤਾਂ ਮਿਸ ਸੌਫਟ ਨੂੰ ਤੱਕਣ ਵਿੱਚ ਵੀ ਕੀ ਪਿਆ ਸੀ। ਮੇਰੀ ਘਰਵਾਲੀ ਦੇ ਚੁੱਪ ਕਰ ਜਾਣ ਦਾ ਕਾਰਨ ਮੈਨੂੰ ਇਸ ਤੋਂ ਸਿਵਾ ਹੋਰ ਕੋਈ ਨਹੀਂ ਸੀ ਜਾਪਦਾ। ਉਹ ਤਾਂ ਮੇਰੇ ਨਾਲ ਵੀ ਨਹੀਂ ਸੀ ਬੋਲਦੀ। ਜਿਵੇਂ ਉਸ ਦੇ ਪੈਸੇ ਵਾਪਸ ਕਰਾਉਣ ਵਿੱਚ ਉਸ ਦੀ ਲੋੜੀਂਦੀ ਸਹਾਇਤਾ ਨਾ ਕਰਕੇ ਮੈਂ ਆਪਣੀ ਘਰਵਾਲੀ ਦੀਆਂ ਧੀਆਂ ਦੇ ਭਵਿੱਖ ਦਾ ਧਿਆਨ ਨਹੀਂ ਸੀ ਕੀਤਾ। ਉੱਧਰ ਮਿਸ ਸੌਫਟ ਵੀ ਚੁੱਪ ਕਰ ਗਈ ਸੀ। ਆਇਆ ਸੱਚੀ ਹੋ ਗਈ ਸੀ। ਉਸ ਦੇ ਘਰ ਵਾਲਾ ਕਿਸੇ ਮੰਤਰੀ ਦੀ ਕਾਰ ਚਲਾਉਂਦਾ ਸੀ। ਉਹ ਮਿਸ ਸੌਫਟ ਨੂੰ ਜਾਂ ਮੇਰੀ ਘਰਵਾਲੀ ਨੂੰ ਜਾਂ ਮੇਰੀ ਘਰਵਾਲੀ ਦੇ ਘਰ ਵਾਲੇ ਨੂੰ ਕੀ ਸਮਝਦੀ ਸੀ? ਕਮਜ਼ੋਰ ਬਾਹਾਂ ਵਾਲੇ ਬੰਦੇ ਨੂੰ ਕੌਣ ਪੁੱਛਦਾ? ਮੇਰੀ ਘਰਵਾਲੀ ਇੱਦਾਂ ਦੀਆਂ ਸੋਚਾਂ ਸੋਚਦੀ ਬੜੀ ਉਦਾਸ ਰਹਿੰਦੀ। ਇੱਕ ਦਿਨ ਆਇਆ ਥੱਲਿਓਂ ਹੀ ਬੁੜਬੁੜ ਕਰਦੀ ਆਈ, ਰੰਡੀਆਂ ਵਾਲੇ ਕੰਮ ਨੇ ਅੱਜ ਕੱਲ੍ਹ ਦੀਆਂ ਕੁੜੀਆਂ ਦੇ। ਹਾਏ ਰੱਬਾ, ਰੰਡੀਆਂ ਦੇ ਇੰਨੇ ਯਾਰ ਹੁੰਦੇ ਨੇ? ਆਇਆ ਦੀ ਆਵਾਜ਼ ਹਾਰੀ ਹੋਈ ਸੀ। ਪਤਾ ਲੱਗਿਆ ਕਿ ਮਿਸ ਸੌਫਟ ਨੂੰ ਇੱਕ ਦਿਨ ਮਹਾਤਮਾ ਗਾਂਧੀ ਰੋਡ ਉੱਤੇ ਖਰੀਦਦਾਰੀ ਕਰਦਿਆਂ ਉਸ ਦਾ ਅਮਰੀਕਾ ਵਿੱਚ ਪੜ੍ਹਨ ਦੇ ਦਿਨਾਂ ਦਾ ਜਮਾਤੀ ਨਰਿੰਦਰ ਪਾਟਿਲ ਮਿਲ ਗਿਆ, ਜਿਸ ਦਾ ਸਾਲਾ DSP ਲੱਗਾ ਹੋਇਆ ਸੀ। ਗੱਲਾਂ ਕਰਦਿਆਂ ਉਹ ਆਇਆ ਦੇ ਭਣੇਵੇਂ ਦੀ ਕਰਤੂਤ ਵੀ ਦੱਸ ਬੈਠੀ। ਉਸੇ ਰਾਤ ਜਦੋਂ ਮਿਸ ਸੌਫਟ ਰਾਤ ਦਾ ਸ਼ੋਅ ਵੇਖ ਕੇ ਆਪਣੇ ਫਲੈਟ ਉੱਤੇ ਪਹੁੰਚੀ ਤਾਂ ਸਾਡੀ ਆਇਆ ਦੇ ਘਰ ਵਾਲਾ ਮੰਤਰੀ ਦਾ ਡਰਾਈਵਰ 200 ਰੁਪਏ ਹੱਥ ਵਿੱਚ ਪਕੜੀ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਨਰਿੰਦਰ ਪਾਟਿਲ ਦੀ ਇੱਕੋ ਧਮਕੀ ਨਾਲ ਆਇਆ ਦਾ ਘਰ ਵਾਲਾ ਸਿੱਧਾ ਹੋ ਗਿਆ ਸੀ। ਮੇਰੀ ਘਰਵਾਲੀ ਨੇ ਤੱਕਿਆ ਕਿ ਹਾਰੀ ਹੋਈ ਆਇਆ ਨੂੰ ਪਹਿਲੀ ਮੰਜ਼ਲ ਦੀਆਂ ਪੌੜੀਆਂ ਚੜ੍ਹਦਿਆਂ ਵਰ੍ਹਾ ਲੱਗ ਗਿਆ ਸੀ। ਵਿੱਦਿਆ ਕਾਰਨ ਮਿਸ ਸੌਫਟ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਸਨ, ਇਸੇ ਕਾਰਨ ਉਸ ਦੀਆਂ ਬਾਹਾਂ ਸ਼ਕਤੀਸ਼ਾਲੀ ਸਨ। ਮੇਰੀ ਘਰਵਾਲੀ ਨੂੰ ਜਾਪਿਆ ਜਿਵੇਂ ਮਿਸ ਸੌਫਟ ਅਨੇਕ ਭੁਜਾਂ ਵਾਲੀ ਦੁਰਗਾ ਹੋਵੇ, ਜਿਹੜੀ ਪੈਰਾਂ ਹੇਠਾਂ ਸੱਪ ਲੈ ਕੇ ਵੀ ਨਿਸ਼ਚਿੰਤ ਰਹਿੰਦੀ ਹੈ। ਉੱਠੋ ਬੇਬੀ, ਤਿਆਰ ਹੋਵੋ, ਨਾਸ਼ਤਾ ਕਰੋ, ਸਕੂਲ ਦਾ ਸਮਾਂ ਹੋ ਗਿਆ। ਮੇਰੀ ਘਰਵਾਲੀ ਨੇ ਆਪਣੀਆਂ ਧੀਆਂ ਨੂੰ ਲਾਡ ਨਾਲ ਹਲੂਣ ਕੇ ਜਗਾਇਆ। ਸ਼ੁਕਰੀਆ ਦੋਸਤੋ।